आदमी थे और आराम से खड़े हुए, हमने कोई नारा नहीं लगाया। हाँ। और आराम से चले तो आराम से कोई हमारे पास कोई। हम 3 आदमी थे, ये मीडिया वाले सुन लो, हम 3 आदमी थे, आराम से खड़े हुए थे। ये हमें खड़ने भी नहीं दे रहे, ये रुकने नहीं दे रहे। ये क्या हो रहा है? ये कौन सी ये हमारे देश की जाति है क्या? वहाँ पर ये कौन सा एग्रीमेंट है? ये कौन सा तरीका है? ये देख लो, देशवासियों देख लो, हमारे देश का तरीका देख लो। देख लो आप, बीच में जाता है हमारा दर्द है। ये देख लो, ये ऐसे दिया कर रहे हैं जैसे कि हम क्रिमिनल हैं। ਸਤਿ ਸ਼੍ਰੀ ਅਕਾਲ। ਵਿਜ਼ਨ ਪੰਜਾਬ ਟੀਵੀ ਨਾਲ ਜੁੜਿਓ ਤੁਸੀਂ। ਮੈਂ ਹਾਂ ਪ੍ਰਿੰਸ ਭਾਰਦਵਾਜ। ਕੱਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ। ਕਈ ਸਾਰੇ ਟੀਵੀ ਚੈਨਲਾਂ ਦੇ ਉੱਤੇ ਵੀ ਉਹ ਵੀਡੀਓ ਵਾਇਰਲ ਹੋਈ, ਪਰ ਉਸ ਵਾਇਰਲ ਵੀਡੀਓ ਦੇ ਵਿੱਚ ਇੱਕ ਸ਼ਖਸ ਤੁਹਾਨੂੰ ਨਜ਼ਰ ਆਏਗਾ। ਉਹ ਸ਼ਖਸ ਜਿਸ ਦੇ ਨਾਲ ਪੁਲਿਸ ਧੱਕਾ ਮੁੱਕੀ ਕਰ ਰਹੀ ਹੈ, ਉਸ ਨੂੰ ਇਸ ਤਰੀਕੇ ਨਾਲ ਖਿੱਚ ਕੇ ਧੂ ਕੇ ਫੜ ਕੇ ਲਿਜਾਇਆ ਜਾ ਰਿਹਾ ਜਿਵੇਂ ਉਹ ਬਹੁਤ ਵੱਡਾ ਕ੍ਰਿਮੀਨਲ ਹੋਵੇ। ਉਸ ਸ਼ਖਸ ਦਾ ਚਿਹਰਾ ਰਿਵੀਲ ਨਹੀਂ ਹੋਇਆ ਸੀ ਕੱਲ। ਉਸ ਸ਼ਖਸ ਦਾ ਚਿਹਰਾ ਤੁਹਾਨੂੰ ਦੇਖਣ ਨੂੰ ਨਹੀਂ ਮਿਲਿਆ। ਸਿਰਫ ਉਸ ਦੀ ਆਵਾਜ਼, ਉਸ ਦੇ ਨਾਅਰੇ, ਉਸ ਦੀ ਆਪਣੀ ਗੱਲ ਕਿ ਉਹ ਕਹਿਣਾ ਕੀ ਚਾਹੁੰਦੇ ਨੇ। ਕਿਉਂਕਿ ਅਸੀਂ ਲੋਕਤੰਤਰਿਕ ਦੇਸ਼ ਦੇ ਵਾਸੀ ਹਾਂ, ਤਾਂ ਲੋਕਤੰਤਰਿਕ ਦੇਸ਼ ਦੇ ਵਿੱਚ ਸਾਨੂੰ ਬੋਲਣ ਦੀ ਆਜ਼ਾਦੀ ਦਾ ਜਿਹੜਾ ਹੱਕ ਹੈ ਉਹ ਸਾਡਾ ਸੰਵਿਧਾਨ ਪ੍ਰਦਾਨ ਕਰਦਾ ਹੈ। ਪਰ ਜਿਸ ਤਰੀਕੇ ਦੇ ਸਮਿਆਂ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ, ਜਿਸ ਤਰੀਕੇ ਦੇ ਦੌਰ ਦੇ ਵਿੱਚੋਂ ਇਸ ਵਕਤ ਪੂਰਾ ਭਾਰਤ ਤੇ ਭਾਰਤ ਦੇ ਆਮ ਨਾਗਰਿਕ ਲਗਭਗ 92% ਜਾਂ 93% ਨਾਗਰਿਕ ਜਿਸ ਅਵਸਥਾ ਦੇ ਵਿੱਚੋਂ, ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ, ਉਹਨਾਂ ਦੀ ਬੋਲਣ ਦੀ ਆਜ਼ਾਦੀ ਦਾ ਹੱਕ ਖੋਹ ਲਿਆ ਗਿਆ। ਖੋਇਆ ਵੀ ਆਪਣੀਆਂ ਸਰਕਾਰਾਂ ਨੇ, ਜਿਹੜੀਆਂ ਸਰਕਾਰਾਂ ਨੂੰ ਵੋਟਾਂ ਪਾ ਕੇ ਬੜੇ ਚਾਅ ਦੇ ਨਾਲ ਦੂਸਰੀ ਵਾਰ ਗੱਦੀ ਸੌਂਪੀ। ਆਓ ਤੁਹਾਨੂੰ ਉਹ ਸ਼ਖਸ, ਤੁਹਾਨੂੰ ਉਸ ਚਿਹਰੇ ਨਾਲ ਮਿਲਾਉਂਦੇ ਹਾਂ। ਉਹ ਚਿਹਰਾ ਜਿਸ ਨਾਲ ਇੱਕ ਘਟਨਾ ਵਾਪਰਦੀ ਹੈ ਕੱਲ੍ਹ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲੇ ਦੇ ਵਿੱਚ ਘਟਨਾ ਵਾਪਰਦੀ ਹੈ। ਸ਼ਿਮਲਾ ਇਸ ਕਰਕੇ ਵੀ ਮਸ਼ਹੂਰ ਹੈ ਕਿ ਸੈਰਗਾਹ ਹੈ ਸ਼ਿਮਲਾ, ਸੈਲਾਨੀਆਂ ਦਾ ਖਿੱਚ ਦਾ ਕੇਂਦਰ ਬਣਦਾ ਹੈ। ਸ਼ਿਮਲਾ ਇਸ ਕਰਕੇ ਵੀ ਮਸ਼ਹੂਰ ਹੈ ਕਿ ਸ਼ਿਮਲੇ ਦਾ ਇਤਿਹਾਸਕ ਸ਼ਿਮਲਾ ਸਮਝੌਤਾ, ਜਿਨ੍ਹਾਂ ਨੂੰ ਇਤਿਹਾਸ ਦੀ ਸਮਝ ਹੈ, ਭਾਰਤ ਦੀ ਰਾਜਨੀਤੀ ਦੀ ਸਮਝ ਹੈ, ਉਸ ਲਈ ਵੀ ਸ਼ਿਮਲਾ ਮਸ਼ਹੂਰ ਹੈ। ਆਓ ਉਸ ਸ਼ਖਸ ਨਾਲ ਮਿਲਾਉਂਦੇ ਹਾਂ। ਉਸ ਸ਼ਖਸ ਦਾ ਚਿਹਰਾ ਵਿਜ਼ਨ ਪੰਜਾਬ ਦੇ ਸਾਹਮਣੇ ਪਹਿਲੀ ਵਾਰੀ ਰੱਖਣ ਲੱਗੇ ਹਾਂ। 50 ਬੰਦਿਆਂ ਨੇ ਅਰੈਸਟ ਕੀਤਾ ਤੇ ਸਾਨੂੰ ਧੂੰਦੇ ਹੋਏ, ਘੜੀਸਦੇ ਹੋਏ ਪੁਲਿਸ ਸਟੇਸ਼ਨ ਲੈ ਕੇ ਗਏ, ਜਿੱਥੇ ਸਾਡੇ ਤੇ ਉਹਨਾਂ ਨੇ ਚਾਰजेस ਫਰੇਮ ਕੀਤੇ। ਸ਼ਿਮਲੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ, ਬਾਹਰ ਕੱਢਣਾ ਸ਼ਬਦ ਬੋਲ ਰਿਹਾ ਮੈਂ, ਬਾਹਰ ਭੇਜਿਆ ਜਾਂਦਾ ਨਹੀਂ, ਬਾਹਰ ਕੱਢਿਆ ਜਾਂਦਾ। ਸ਼ਿਮਲੇ ਵਿੱਚੋਂ ਕੱਢ ਕੇ ਚੰਡੀਗੜ੍ਹ ਪੁਲਿਸ ਰਾਹੀਂ ਭੇਜਿਆ ਗਿਆ। ਸਾਡੇ ਪਿੱਛੇ ਉਹਨਾਂ ਨੇ ਇੱਕ ਪੁਲਿਸ ਦੀ ਵਾਈਨ ਲਾਈ ਕਿ ਇਹਨਾਂ ਨੂੰ ਸ਼ਿਮਲੇ ਵਿੱਚ ਰਹਿਣ ਨਹੀਂ ਦਿੱਤਾ ਜਾਏਗਾ। ਦਰਸ਼ਕੋ, ਇਹ ਸਮਝਣ ਦੀ ਗੱਲ ਹੈ, ਜਿੱਦਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਦੇ ਆਰ ਨਾਟ ਕ੍ਰਿਮੀਨਲਸ। ਅਸੀਂ ਸ਼ਾਂਤਮਈ ਢੰਗ ਨਾਲ ਸਿਰਫ 3 ਜਣੇ ਉੱਥੇ ਗਏ ਸੀ ਤੇ ਸਾਡੇ ਨਾਲ ਜੋ ਉਹਨਾਂ ਨੇ ਵਤੀਰਾ ਕੀਤਾ ਹੈ ਉਹ ਇੱਕ ਟੈਰਰਿਜ਼ਮ ਵਾਲਾ ਕੀਤਾ ਜੀ। ਜਿਵੇਂ ਅਸੀਂ ਕੋਈ ਬਹੁਤ ਪਾਕਿਸਤਾਨ ਤੋਂ ਆਏ ਹਾਂ, ਅਸੀਂ ਇਸ ਦੇਸ਼ ਦੇ ਵਸਨੀਕ ਨਹੀਂ ਗੇ। ਬੀਜੇਪੀ ਦਾ ਤੇ ਪ੍ਰਸ਼ਾਸਨ ਦਾ ਰਵੱਈਆ ਹੈ, ਉਹ ਉਹਦੇ ਤੋਂ ਬਹੁਤ ਖਫਾ ਸੀ ਤੇ ਉਹ ਵੀ ਕਹਿ ਰਹੇ ਸੀ ਕਿ ਹੁਣ ਸਾਡਾ ਇਹ ਦੇਸ਼ ਹੈ ਜਿਹੜਾ, ਇਹਦੇ ਵਿੱਚ ਡੈਮੋਕ੍ਰੇਸੀ ਖਤਮ ਹੋ ਰਹੀ ਹੈ। ਇਹ ਜਿਹੜੀ ਸਰਕਾਰ ਹੈ, ਜਿਹੜੀ ਅਸੀਂ ਇਲੈਕਟ ਕੀਤੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਲੋਕਤੰਤਰ ਵਿੱਚ ਰਹਿੰਦੇ ਹਾਂ, ਇਹ ਸਰਕਾਰ ਹੁਣ ਇੱਕ ਤਾਨਾਸ਼ਾਹ ਬਣ ਚੁੱਕੀ ਹੈ। ਇਹ ਆਪਦੇ ਆਪ ਨੂੰ ਹੁਣ ਰਾਜੇ ਸਮਝਦੇ ਹੈ। ਅਮਨ ਸ਼ਾਂਤੀ ਨੂੰ ਖਤਰਾ ਪੈਦਾ ਕਰਨ ਵਾਲੇ ਲੋਕ ਆ ਗਏ, ਇਹ ਜਿਹੜੇ ਨਾਅਰੇ ਮਾਰਦੇ ਆ, ਜਿਨ੍ਹਾਂ ਨੇ ਝੰਡੇ ਚੱਕੇ ਆ, ਜਿਨ੍ਹਾਂ ਨੇ ਬੈਨਰ ਚੱਕੇ ਆ। ਇੰਤਹਾ ਪਸੰਦ ਸਾਨੂੰ ਕਹਿ ਦਿੱਤਾ ਜਾਂਦਾ, ਵੱਖਵਾਦੀ, ਅੱਤਵਾਦੀ। ਕਿ ਇਸ ਅੰਦੋਲਨ ਨੂੰ ਕਈ ਤਰੀਕੇ ਨਾਲ ਭੰਡਿਆ ਜਾ ਰਿਹਾ ਹੈ, ਕਿਉਂਕਿ ਮੀਡੀਆ ਦਾ ਵੀ ਇੱਕ ਵਰਗ ਹੈ ਜਿਹੜਾ ਉਹ ਇਸ ਅੰਦੋਲਨ ਦੇ ਵਿਰੁੱਧ ਚੱਲ ਰਿਹਾ ਤੇ ਸਾਡੀ ਜਿਹੜੀ ਹੈਗੀ ਹੈ ਆਪਣੇ ਲੋਕਾਂ ਨੂੰ ਬਦਨਾਮ ਕਰ ਰਿਹਾ ਕਿ ਉੱਥੇ ਵੱਖਵਾਦੀ ਬੈਠੇ ਆ, ਖਾਲਿਸਤਾਨੀ ਬੈਠੇ ਆ। ਤਾਂ ਸਾਰਾ ਸੋਲਡ ਹੋ ਚੁੱਕਾ ਹੈ ਤੇ ਉਹ ਭਗੌੜਾ ਹੋ ਚੁੱਕਾ ਹੈ, ਆਪਦੀ ਜ਼ਿੰਮੇਵਾਰੀ ਤੋਂ, ਆਪਦੇ ਧਰਮ ਤੋਂ ਭੱਜ ਚੁੱਕਾ ਹੈ। ਕਿਉਂਕਿ ਜਿਹੜਾ ਅਸੀਂ ਕਹਿੰਦੇ ਸੀ ਕਿ ਸਾਡੇ ਡੈਮੋਕ੍ਰੇਸੀ ਦਾ ਇਹ ਚੌਥਾ ਪਿੱਲਰ ਹੈ, ਉਹ ਹੁਣ ਪਿੱਲਰ ਨਹੀਂ ਰਿਹਾ। ਉਹ ਇੱਕ ਗੋਦੀ ਮੀਡੀਆ ਜੋ ਇੱਕ ਸੈਂਟਰ ਸਰਕਾਰ ਦੀ ਗੋਦ ਵਿੱਚ ਬੈਠਾ ਹੋਇਆ ਹੈ। ਭਾਵੇਂ ਸਾਨੂੰ ਸਭ ਕੁਝ ਵੇਚਣਾ ਪਿਆ, ਅਸੀਂ ਪਿੱਛੇ ਨਹੀਂ ਹਟਾਂਗੇ। ਇਹ ਅੰਦੋਲਨ ਜਿਹੜਾ ਹੈ ਮੋਦੀ ਦੀ ਅੜ ਅਸੀਂ ਭੰਨ ਕੇ ਹਟਾਂਗੇ।
ਬਾਈ ਜੀ ਦਾ ਨਾਂ ਬਾਈ ਹਰਪ੍ਰੀਤ ਸਿੰਘ। ਬਾਈ ਜੀ ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਹੈ ਹਰਪ੍ਰੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਹਰਪ੍ਰੀਤ ਭਾਜੀ, ਦੁਨੀਆ ਘੁੰਮਣ ਜਾਂਦੀ ਹੈ ਸ਼ਿਮਲੇ, ਬੜੇ ਗਾਣੇ ਵੀ ਬਣੇ ਆ ਵੀ ਹੈ ਨਾ, ਸ਼ਿਮਲੇ ਦਾ ਟੂਰ ਤੇ ਫਲਾਣਾ ਤੇ ਢਿਮਕਾ, ਲੋਕ ਸਪੈਸ਼ਲ ਪਹੁੰਚਦੇ ਆ ਇੱਥੋਂ ਗੱਡੀਆਂ ਕਰਾ ਕੇ ਤੇ ਆਪਣੇ ਪਰਿਵਾਰਾਂ ਦੇ ਨਾਲ, ਮਿੱਤਰਾਂ ਪਿਆਰਿਆਂ ਦੇ ਨਾਲ। ਤੇ ਬਾਈ ਹਰਪ੍ਰੀਤ ਤੇ ਉਸ ਦੇ ਸਾਥੀ ਕੱਲ ਸ਼ਿਮਲੇ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਏ। ਕੀ ਸਬੱਬ ਸੀ, ਕੀ ਕਾਰਨ ਸੀ, ਉਹ ਸਾਰੀ ਗੱਲਬਾਤ ਵਿਜ਼ਨ ਪੰਜਾਬ ਦੇ ਦਰਸ਼ਕਾਂ ਨੂੰ ਦੱਸੋ। ਸਾਡਾ ਅੰਦੋਲਨ ਜਿਹੜਾ ਦੁਨੀਆ ਦੇ ਵਿੱਚ ਮਸ਼ਹੂਰ ਹੋ ਚੁੱਕਾ ਹੈ, ਜਿਹਦਾ ਇੱਕ ਵਰਲਡ ਰਿਕਾਰਡ ਬਣ ਚੁੱਕਾ ਹੈ ਕਿ ਇੱਕ ਡਿਸਪਲਿਨ ਤੇ ਇੱਕ ਬਹੁਤ ਅੱਛੇ ਤਰੀਕੇ ਨਾਲ ਆਰਗੇਨਾਈਜ਼ਡ ਅੰਦੋਲਨ ਹੈ। ਉਸ ਅੰਦੋਲਨ ਦੀ ਆਵਾਜ਼ ਸਾਡੀ ਜਿਹੜੀ ਗੂੰਗੀ ਬਹਿਰੀ ਤੇ ਅੰਧੀ ਸਰਕਾਰ ਹੈ ਉਹਨਾਂ ਤੱਕ ਨਹੀਂ ਪਹੁੰਚ ਰਹੀ। ਸਾਡੇ ਜਿਹੜੇ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਚੁੱਕੇ ਨੇ, ਜਿਨ੍ਹਾਂ ਦਾ ਸਾਨੂੰ ਬਹੁਤ ਦੁੱਖ ਹੈ ਤੇ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਅਸੀਂ ਯਾਦ ਰੱਖਾਂਗੇ ਕਿ ਉਹ ਸਾਡੇ ਕੌਮ ਦੇ, ਸਾਡੇ ਦੇਸ਼ ਦਾ ਸਰਮਾਇਆ ਨੇ ਤੇ ਯੋਧੇ ਨੇ। ਅਸੀਂ ਸੋਚਿਆ ਕਿ ਸਰਕਾਰ ਨੂੰ ਜਗਾਉਣ ਲਈ ਅਸੀਂ ਪੂਰੇ ਦੇਸ਼ ਦੀਆਂ ਕੈਪੀਟਲ ਤੇ ਯੂਨਿਟ ਟੈਰੀਟਰੀ ਵਿੱਚ ਜਾਵਾਂਗੇ। ਉਹਦੇ ਤਹਿਤ ਅਸੀਂ ਪਹਿਲਾਂ ਆਪਣੇ ਜੈਪੁਰ ਗਏ ਸੀ, ਉਦੋਂ ਬਾਅਦ ਅਸੀਂ ਲਖਨਊ, ਚੰਡੀਗੜ੍ਹ ਤੇ ਚੌਥੀ ਜਗ੍ਹਾ ਸਾਡੀ ਸੀਗੀ ਇਹ ਸ਼ਿਮਲਾ। ਜਦੋਂ ਅਸੀਂ ਸ਼ਿਮਲਾ ਪਹੁੰਚੇ, ਅਸੀਂ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਕਿਸਾਨਾਂ ਦੀ ਰੱਖਣੀ ਚਾਹੁੰਦੇ ਸੀ ਤੇ ਸਾਨੂੰ ਉੱਥੇ ਸਾਡੀ ਪੁਲਿਸ ਪਹਿਲਾਂ ਹੀ ਉੱਥੇ ਇੰਤਜ਼ਾਰ ਕਰ ਰਹੀ ਸੀ, ਕਿਉਂਕਿ ਉਹਨਾਂ ਨੂੰ ਕੋਈ ਖੁਫੀਆ ਜਾਣਕਾਰੀ ਮਿਲ ਚੁੱਕੀ ਸੀ ਕਿ ਇੱਥੇ ਕੋਈ ਕਿਸਾਨ ਆ ਰਹੇ ਨੇ। ਤੇ ਉਹਨਾਂ ਨੇ ਸਾਨੂੰ ਜਬਰਨ 50 ਬੰਦਿਆਂ ਨੇ ਅਰੈਸਟ ਕੀਤਾ ਤੇ ਸਾਨੂੰ ਧੂੰਦੇ ਹੋਏ, ਘੜੀਸਦੇ ਹੋਏ ਪੁਲਿਸ ਸਟੇਸ਼ਨ ਲੈ ਕੇ ਗਏ, ਜਿੱਥੇ ਸਾਡੇ ਤੇ ਉਹਨਾਂ ਨੇ ਚਾਰਜਸ ਫਰੇਮ ਕੀਤੇ। ਤਾਂ ਫਿਰ ਸਾਨੂੰ ਉਹਨਾਂ ਨੇ ਕੋਰਟ ਵਿੱਚ ਪੇਸ਼ ਕੀਤਾ ਤੇ ਸਾਨੂੰ ਉੱਥੋਂ ਬੇਲ ਲੈਣੀ ਪਈ। ਤੇ ਉਹਨਾਂ ਨੇ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਸ਼ੇਅਰ ਗੱਲ ਕਰਨੀ ਚਾਹੁੰਦਾ ਪੂਰੇ ਦੇਸ਼ ਤੇ ਵਰਲਡ ਦੇ ਲੋਕਾਂ ਵਾਸਤੇ, ਕਿ ਸਾਨੂੰ ਜਬਰਨ ਸ਼ਿਮਲੇ ਵਿੱਚੋਂ ਕੱਢ ਕੇ ਚੰਡੀਗੜ੍ਹ ਪੁਲਿਸ ਰਾਹੀਂ ਭੇਜਿਆ ਗਿਆ। ਸਾਡੇ ਪਿੱਛੇ ਉਹਨਾਂ ਨੇ ਇੱਕ ਪੁਲਿਸ ਦੀ ਵਾਈਨ ਲਾਈ ਕਿ ਇਹਨਾਂ ਨੂੰ ਸ਼ਿਮਲੇ ਵਿੱਚ ਰਹਿਣ ਨਹੀਂ ਦਿੱਤਾ ਜਾਏਗਾ। ਪਿਆਰੇ ਦਰਸ਼ਕੋ, ਇਹ ਸਮਝਣ ਦੀ ਗੱਲ ਹੈ, ਜਿੱਦਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਦੇ ਆਰ ਨਾਟ ਕ੍ਰਿਮੀਨਲਸ, ਇਹ ਕੋਈ ਕ੍ਰਿਮੀਨਲ ਨਹੀਂ ਹੈਗੇ, ਇਹਨਾਂ ਦੇ ਉੱਤੇ ਪਹਿਲਾਂ ਕੋਈ ਇੱਦਾਂ ਦੀ ਫਰੇਮ, ਇੱਦਾਂ ਦੀ ਚਾਰਜਸ ਨਹੀਂ ਹੈਗੀ ਕਿ ਤੁਸੀਂ ਅੰਦੋਲਨ ਕਰਦਿਆਂ ਨੂੰ ਜਾਂ ਆਪਣੀ ਆਵਾਜ਼ ਚੱਕਦੇ ਬੰਦਿਆਂ ਨੂੰ ਇਸ ਤਰੀਕੇ ਨਾਲ ਡਿਟੇਨ ਕਰਦੇ ਹੋ। ਉਸ ਤੋਂ ਬਾਅਦ ਡਿਟੇਨ ਵੀ ਇਸ ਤਰੀਕੇ ਨਾਲ ਕੀਤਾ ਜਾਂਦਾ ਜਦੋਂ ਸ਼ਿਮਲੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ, ਬਾਹਰ ਕੱਢਣਾ ਸ਼ਬਦ ਬੋਲ ਰਿਹਾ ਮੈਂ, ਬਾਹਰ ਭੇਜਿਆ ਜਾਂਦਾ ਨਹੀਂ, ਬਾਹਰ ਕੱਢਿਆ ਜਾਂਦਾ। ਤਾਂ ਇਸ ਤਰੀਕੇ ਨਾਲ ਕੱਢਿਆ ਜਾਂਦਾ ਕਿ ਇੱਕ ਸੂਬੇ ਦੀ ਪੁਲਿਸ ਦੂਜੇ ਸੂਬੇ ਦੀ ਪੁਲਿਸ ਦੇ ਇਹਨਾਂ ਨੂੰ ਸੰਭਾਲ ਕੇ ਜਾਂਦੀ ਹੈ ਕਿ ਆਹ ਲਓ ਜੀ ਅਸੀਂ ਇਹ ਤੁਹਾਨੂੰ ਦੇ ਚੱਲੇ। ਭਾਜੀ ਕਿੱਦਾਂ ਦਾ ਸੀ ਹਰਪ੍ਰੀਤ ਭਾਜੀ, ਪੁਲਿਸ ਦਾ ਰਿਐਕਸ਼ਨ ਕਿੱਦਾਂ ਦਾ ਸੀ ਉੱਥੇ? ਹਿਮਾਚਲ ਪੁਲਿਸ ਨੇ ਕਿੱਦਾਂ ਦਾ ਬਿਹੇਵ ਕੀਤਾ ਤੁਹਾਡੇ ਨਾਲ, ਰਵੱਈਆ? ਕਿਉਂਕਿ ਤੁਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਆਪਣੀ ਆਵਾਜ਼ ਚੁੱਕਣ ਗਏ ਸੀ, ਲੋਕਾਂ ਨੂੰ ਅਵੇਅਰ ਕਰਨ ਗਏ ਸੀਗੇ ਇਸ ਕਿਸਾਨੀ ਅੰਦੋਲਨ ਦੇ ਬਾਰੇ। ਦੇਖੋ ਜੀ, ਪੁਲਿਸ ਦਾ ਰਵੱਈਆ ਸਾਡੇ ਨਾਲ ਇਦਾਂ ਦਾ ਸੀਗਾ ਜਿਵੇਂ ਅਸੀਂ ਕੋਈ ਟੈਰਰਿਸਟ ਹੋਈਏ। ਟੈਰਰਿਸਟ ਤੋਂ ਵੀ ਵੱਧ ਸਾਨੂੰ ਉੱਥੇ ਇੰਟੈਰੋਗੇਸ਼ਨ ਕੀਤੀ ਗਈ, ਮੋਸਟ ਇੰਪੋਰਟੈਂਟ ਇੰਟੈਰੋਗੇਸ਼ਨ। ਸਾਨੂੰ ਕਹਿੰਦੇ ਜੀ ਤੁਸੀਂ ਸ਼ਿਮਲਾ ਵਿੱਚ ਕਿਉਂ ਆਏ, ਤੁਸੀਂ ਪੰਜਾਬ 'ਚ ਐਜੀਟੇਸ਼ਨ ਕਿਉਂ ਨਹੀਂ ਕਰਦੇ? ਅਸੀਂ ਉਹਨਾਂ ਨੂੰ ਬਿਲਕੁਲ ਬੇਬਾਕ ਕਿਹਾ ਕਿ ਇਹ ਸਾਡਾ ਦੇਸ਼ ਹੈ, ਸਾਡਾ ਫਰਜ਼ ਬਣਦਾ ਆਪਣਿਆਂ ਦੇ ਵਿੱਚ ਜਾਣਾ। ਜਦੋਂ ਸਾਡੀਆਂ ਸਰਕਾਰਾਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ, ਸਾਡੇ ਲੱਖਾਂ ਲੋਕ ਜਿਹੜੇ ਉੱਥੇ ਇੰਨੀ ਕੜਾਕੇ ਦੀ ਸਰਦੀ ਵਿੱਚ ਬੈਠੇ ਹੈ ਉਹ ਨਹੀਂ ਦਿਖ ਰਹੇ ਸਰਕਾਰਾਂ ਨੂੰ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣਿਆਂ ਕੋਲ ਜਾਈਏ ਤੇ ਉਹਨਾਂ ਨੂੰ ਕਹੀਏ ਕਿ ਤੁਸੀਂ ਇਸ ਅੰਦੋਲਨ ਦਾ ਸਾਥ ਦਿਓ, ਕਿਉਂਕਿ ਇਸ ਅੰਦੋਲਨ ਨੂੰ ਕਈ ਤਰੀਕੇ ਨਾਲ ਭੰਡਿਆ ਜਾ ਰਿਹਾ ਹੈ। ਕਿਉਂਕਿ ਮੀਡੀਆ ਦਾ ਵੀ ਇੱਕ ਵਰਗ ਹੈ ਜਿਹੜਾ ਉਹ ਇਸ ਅੰਦੋਲਨ ਦੇ ਵਿਰੁੱਧ ਚੱਲ ਰਿਹਾ ਤੇ ਸਾਡੀ ਜਿਹੜੀ ਹੈਗੀ ਹੈ ਆਪਣੇ ਲੋਕਾਂ ਨੂੰ ਬਦਨਾਮ ਕਰ ਰਿਹਾ ਕਿ ਉੱਥੇ ਵੱਖਵਾਦੀ ਬੈਠੇ ਆ, ਖਾਲਿਸਤਾਨੀ ਬੈਠੇ ਹੈ। ਮੈਂ ਦੇਸ਼ ਵਾਸੀਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਉੱਥੇ ਕੋਈ ਵੱਖਵਾਦੀ ਨਹੀਂ ਬੈਠੇ, ਕੋਈ ਉੱਥੇ ਕੋਈ ਗਲਤ ਅਨਸਰ ਨਹੀਂ ਬੈਠੇ। ਉਹ ਸਾਡੇ ਦੇਸ਼ ਦਾ ਅੰਨਦਾਤਾ ਬੈਠਾ ਹੈ, ਸਭ ਧਰਮਾਂ ਦੇ ਲੋਕ ਬੈਠੇ ਹੈ ਤੇ ਸਾਰੇ ਸਮੁੱਚੀ ਸਟੇਟ ਦੇ ਉੱਥੇ ਲੋਕ ਬੈਠੇ ਹੈ। ਤੇ ਇਹ ਅਸੀਂ ਆਪਣੀ ਉੱਥੇ ਗੱਲ ਰੱਖਣੀ ਚਾਹੁੰਦੇ ਸੀ, ਪਰ ਪੁਲਿਸ ਨੇ ਸਾਡੀ ਉੱਥੇ ਇੱਕ ਨਹੀਂ ਮੰਨੀ ਤੇ ਸਾਨੂੰ ਕਿਹਾ ਕਿ ਤੁਸੀਂ ਹਿਮਾਚਲ ਦੇ ਵਿੱਚ ਕਿਉਂ ਆਏ। ਅਸੀਂ ਉਹਨਾਂ ਨੂੰ ਬਿਲਕੁਲ ਠੋਕਵਾਂ ਜਵਾਬ ਦਿੱਤਾ ਹੈ ਕਿ ਅਸੀਂ ਆਪਣਿਆਂ ਦੇ ਵਿੱਚ ਜਾਣਾ ਸਾਡਾ ਫਰਜ਼ ਹੈ ਤੇ ਅਸੀਂ ਅੱਗੇ ਵੀ ਜਾਂਦੇ ਰਹਾਂਗੇ। ਅਸੀਂ ਜਿਹੜੀਆਂ ਇਹ BJP ਹੈ, ਜਿਹੜੀ ਇਹ ਸੈਂਟਰ ਸਰਕਾਰ ਹੈ ਜਾਂ ਸਟੇਟ ਸਰਕਾਰਾਂ ਇਹਨਾਂ ਦੀਆਂ, ਉਹਨਾਂ ਤੋਂ ਅਸੀਂ ਡਰਨ ਵਾਲੇ ਨਹੀਂ, ਚਾਹੇ ਸਾਡੇ ਤੇ ਇੱਕ ਦੀ ਜਗ੍ਹਾ 100 ਪਰਚਾ ਪਾ ਦੇਣ। ਹਰਪ੍ਰੀਤ ਭਾਜੀ, ਆਮ ਲੋਕਾਂ ਨਾਲ ਗੱਲਬਾਤ ਹੋਈ ਸੀਗੀ, ਮਤਲਬ ਪੁਲਿਸ ਦੀ ਇੰਟੈਰੋਗੇਸ਼ਨ ਤੋਂ ਪਹਿਲਾਂ ਜਾਂ ਪੁਲਿਸ ਦੀ ਉੱਥੇ ਆਮਦ ਤੋਂ ਪਹਿਲਾਂ ਕੁਛ ਇੱਕ ਲੋਕਾਂ ਨੂੰ ਸਮਝਾਉਣ ਦੇ ਵਿੱਚ ਸਫਲ ਹੋਏ? ਡਾਇਲੌਗ ਹੋ ਪਾਇਆ ਉੱਥੇ ਆਮ ਲੋਕਾਂ ਨਾਲ? ਨਹੀਂ ਜੀ, ਅਸੀਂ ਕੋਈ ਕਿਸੇ ਨਾਲ ਗੱਲ ਨਹੀਂ ਕਰ ਸਕੇ ਜੀ। ਬਟ ਜਦੋਂ ਸਾਨੂੰ ਉੱਥੋਂ ਛੱਡਿਆ ਗਿਆ, ਜਦੋਂ ਉਹਨਾਂ ਨੇ ਅਸੀਂ ਕੋਰਟ ਵਿੱਚੋਂ ਸਾਨੂੰ ਜ਼ਮਾਨਤ ਮਿਲੀ, ਉਦੋਂ ਬਾਅਦ ਉੱਥੇ ਲੋਕਾਂ ਦੇ ਵਿੱਚ ਉਤਸ਼ਾਹ ਵੇਖਣ ਵਾਲਾ ਸੀ। ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਜਗਾਉਣ ਦਾ ਕੰਮ ਕੀਤਾ ਹੈ,
ਅਸੀਂ ਪਹਿਲਾਂ ਵੀ ਤੁਹਾਡੇ ਨਾਲ ਸੀ, ਬਟ ਹੁਣ ਤੁਸੀਂ ਜਿਹੜਾ ਇੱਥੇ ਇਹ ਅੰਦੋਲਨ ਕਰਕੇ ਚੱਲੇ ਹੋ, ਜੋ ਸਰਕਾਰ ਦਾ ਬੀਜੇਪੀ ਦਾ ਤੇ ਪ੍ਰਸ਼ਾਸਨ ਦਾ ਰਵੱਈਆ ਹੈ, ਉਹ ਉਹਦੇ ਤੋਂ ਬਹੁਤ ਖਫਾ ਸੀ ਤੇ ਉਹ ਵੀ ਕਹਿ ਰਹੇ ਸੀ ਕਿ ਹੁਣ ਸਾਡਾ ਇਹ ਦੇਸ਼ ਹੈ ਜਿਹੜਾ ਇਹਦੇ ਵਿੱਚ ਡੈਮੋਕ੍ਰੇਸੀ ਖਤਮ ਹੋ ਰਹੀ ਹੈ। ਇਹ ਜਿਹੜੀ ਸਰਕਾਰ ਹੈ, ਜਿਹੜੀ ਅਸੀਂ ਇਲੈਕਟ ਕੀਤੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਲੋਕਤੰਤਰ ਵਿੱਚ ਰਹਿੰਦੇ ਹਾਂ, ਇਹ ਸਰਕਾਰ ਹੁਣ ਇੱਕ ਤਾਨਾਸ਼ਾਹ ਬਣ ਚੁੱਕੀ ਹੈ। ਇਹ ਆਪਦੇ ਆਪ ਨੂੰ ਹੁਣ ਰਾਜੇ ਸਮਝਦੇ ਹੈ। ਅਸੀਂ ਜਿਵੇਂ ਬਾਬਰ ਦੇ ਤੇ ਔਰੰਗਜ਼ੇਬ ਦੇ ਰਾਜ ਦੇ ਵਿੱਚ ਹੁਣ ਅਸੀਂ ਜਿਵੇਂ ਐਂਟਰ ਕਰ ਚੁੱਕੇ ਹਾਂ, ਜਦੋਂ ਉੱਥੇ ਉਦੋਂ ਸਾਡੇ ਨਾਲ ਵਧੀਕੀਆਂ ਹੁੰਦੀਆਂ ਸੀ, ਸੇਮ ਸਾਡੇ ਨਾਲ ਹੁਣ ਹੋ ਰਹੀਆਂ ਨੇ। ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ, ਕੋਈ ਤੁਸੀਂ ਪੜ੍ਹੇ ਲਿਖੇ ਹੋ, ਸਿਆਣੇ ਹੋ, ਦੱਸੋ ਸਾਡਾ ਕਸੂਰ ਕੀ ਸੀ? ਅਸੀਂ ਸ਼ਾਂਤਮਈ ਢੰਗ ਨਾਲ ਸਿਰਫ 3 ਜਣੇ ਉੱਥੇ ਗਏ ਸੀ ਤੇ ਸਾਡੇ ਨਾਲ ਜੋ ਉਹਨਾਂ ਨੇ ਵਤੀਰਾ ਕੀਤਾ ਹੈ, ਉਹ ਇੱਕ ਟੈਰਰਿਜ਼ਮ ਵਾਲਾ ਕੀਤਾ ਜੀ। ਜਿਵੇਂ ਅਸੀਂ ਕੋਈ ਬਹੁਤ ਪਾਕਿਸਤਾਨ ਤੋਂ ਆਏ ਹਾਂ, ਅਸੀਂ ਇਸ ਦੇਸ਼ ਦੇ ਵਸਨੀਕ ਨਹੀਂ ਗਏ। ਹਰਪ੍ਰੀਤ ਜੀ, ਤੁਹਾਡੀ ਗੱਲ ਅੱਜ ਜਥੇਬੰਦੀਆਂ ਨੇ ਵੀ ਚੁੱਕੀ ਹੈ ਕਿ ਜਿਹੜਾ ਕੁਝ ਜਿਵੇਂ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ, ਜੈਪੁਰ ਗਏ ਹੋ ਤੁਸੀਂ, ਚੰਡੀਗੜ੍ਹ ਕੀਤੀ ਹੈ ਤੁਸੀਂ, ਸ਼ਿਮਲੇ ਕੀਤੀ ਹੈ, ਲਖਨਊ ਕੀਤੀ ਹੈ, ਤੁਹਾਡੀ ਜਿਹੜੀ ਕੱਲ੍ਹ ਦੀ ਗ੍ਰਿਫਤਾਰੀ ਹੈ ਔਰ ਪੁਲਿਸ ਦਾ ਜਿਹੜਾ ਕੱਲ੍ਹ ਦਾ ਰਵੱਈਆ ਸੀ, ਜਿੱਦਾਂ ਧੱਕਾ ਮੁੱਕੀ ਦੀਆਂ ਵੀਡੀਓਜ਼ ਅਸੀਂ ਤੁਹਾਡੀਆਂ ਵੇਖੀਆਂ, ਅੰਦਰ ਵੀ ਤੁਹਾਡੀ ਬਹਿਸਬਾਜ਼ੀ ਹੁੰਦੀ ਹੈ, ਥਾਣੇ ਦੇ ਵਿੱਚ ਜਾ ਕੇ ਵੀ ਤੁਹਾਡੀ ਉੱਥੋਂ ਦੇ ਪੁਲਿਸ ਅਧਿਕਾਰੀਆਂ ਨਾਲ ਵੀ ਬਹਿਸਬਾਜ਼ੀ ਹੁੰਦੀ ਹੈ। ਤੁਹਾਡੀ ਗੱਲ ਅੱਜ ਜਥੇਬੰਦੀਆਂ ਨੇ ਵੀ ਰੱਖੀ ਹੈ ਕਿ ਸੰਘਰਸ਼ ਕਰ ਰਹੇ ਲੋਕ ਔਰ ਸਮਰਥਨ ਜੁਟਾ ਰਹੇ ਲੋਕਾਂ ਦੇ ਉੱਤੇ ਪੁਲਿਸ ਇੱਦਾਂ ਦੀ ਕਾਰਵਾਈ ਕਰਦੀ ਹੈ। ਜਥੇਬੰਦੀਆਂ ਦੀ ਇਸ ਜੈਸਚਰ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਅਸੀਂ ਬਹੁਤ ਧੰਨਵਾਦੀ ਹਾਂ। ਵੈਸੇ ਸਾਡੀਆਂ ਜਥੇਬੰਦੀਆਂ ਤਾਂ ਪਹਿਲਾਂ ਹੀ ਬਹੁਤ ਅਸੀਂ ਉਹਨਾਂ ਦੀ ਤਾਰੀਫ ਕਰ ਚੁੱਕੇ ਹਾਂ ਤੇ ਸਾਡੇ ਕੋਲ ਸ਼ਬਦ ਨਹੀਂ ਅਸੀਂ ਜੋ ਉਹਨਾਂ ਬਾਰੇ ਕਹੀਏ, ਬਟ ਉਹਨਾਂ ਨੇ ਬਹੁਤ ਇੱਕ ਸਲਾਨਾ ਕਦਮ ਚੱਕਿਆ ਜਿਨ੍ਹਾਂ ਨੇ ਸਾਡੀ ਇੱਕ ਆਮ ਬੰਦੇ ਦੀ ਸਾਰ ਲਈ ਹੈ। ਤੇ ਸਾਡੀਆਂ ਜਥੇਬੰਦੀਆਂ ਤਾਂ ਹਮੇਸ਼ਾ ਹੀ ਇਹ ਇੱਕ ਸਾਡੇ ਲਈ ਸਤਿਕਾਰਯੋਗ ਹੈ ਤੇ ਉਹਨਾਂ ਦੀ ਤਾਂ ਜਿੰਨੀ ਪ੍ਰਸ਼ੰਸਾ ਕੀਤੀ ਜਾਏ ਓਨੀ ਥੋੜ੍ਹੀ ਹੈ। ਬਾਕੀ ਜੋ ਆਪਣੇ ਦੇਸ਼ ਦੀ ਸਰਕਾਰ ਆਨੀ ਤੇ ਜਿਹੜੀ ਬੋਲੀ ਬੈਠੀ ਹੈ, ਉਹ ਕਿਸੇ ਗੱਲ ਨੂੰ ਸੁਣਨ ਨੂੰ ਤਿਆਰ ਵੀ ਨਹੀਂ ਤੇ ਮੀਟਿੰਗ ਹੋ ਰਹੀਆਂ ਨੇ। ਤੇ ਇਹ ਜਿਹੜੀਆਂ ਮੈਂ ਕਹਿੰਦਾ ਜੀ, ਸਾਡਾ ਉਹ ਜਥੇਬੰਦੀਆਂ ਦਾ ਤਾਂ ਅਸੀਂ ਧੰਨਵਾਦ ਕਰ ਹੀ ਰਹੇ ਹਾਂ ਜੀ। ਤੇ ਬਾਕੀ ਜਿਹੜਾ ਇਹ ਗੋਦੀ ਮੀਡੀਆ, ਮੈਂ ਉਹਦਾ ਵੀ ਇੱਕ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਕਿ ਕਹਿ ਰਹੇ ਸੀਗੇ ਜੀ ਜਿਹੜਾ ਸਿੱਖ ਹੈ ਉਹ ਪਤਿਤ ਹੋ ਚੁੱਕਾ ਹੈ ਜੀ, ਉਹ ਨਸ਼ੇੜੀ ਹੈ ਜੀ, ਇਹ ਹੁਣ ਕਿਸੇ ਗੱਲ ਜੋਗੇ ਨਹੀਂ ਰਹੇ। ਬੜਾ ਸਾਡੇ ਯੂਥ ਨੇ ਠੋਕਵਾਂ ਜਵਾਬ ਦਿੱਤਾ ਹੈ। ਉਹਨਾਂ ਨੇ ਦੱਸ ਦਿੱਤਾ ਹੈ ਕਿ ਉਹ ਡਿਸਪਲਿਨ ਵਾਲੇ ਲੋਕ ਨੇ, ਜਾਗਦੀਆਂ ਜ਼ਮੀਰਾਂ ਵਾਲੇ ਨੇ। ਤੇ ਇੱਕ ਇਹ ਵੀ ਮੈਂ ਸਰਕਾਰ ਨੂੰ ਕਹਿ ਦੇਣਾ ਚਾਹੁੰਦਾ ਕਿ ਜੇ ਸਾਡੀ ਅਣਖ ਤੇ ਗੱਲ ਆਊਗੀ ਤਾਂ ਇਹ ਨਹੀਂ ਹੈ ਕਿ ਅਸੀਂ ਸਿਰ ਨੀਵੀਂ ਪਾ ਕੇ ਵਾਪਸ ਪੰਜਾਬ ਆ ਜਾਵਾਂਗੇ। ਅਸੀਂ ਸਰਕਾਰ ਦਾ ਕੋਈ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰੂਗੀ ਤਾਂ ਅਸੀਂ ਉਹਦਾ ਠੋਕਵਾਂ ਜਵਾਬ ਦਿਆਂਗੇ। ਮੂਰਲੀ ਕਤਾਰ 'ਚ ਅਸੀਂ ਖੜਾਂਗੇ ਤੇ ਬਜ਼ੁਰਗਾਂ ਨੂੰ ਕਹਾਂਗੇ ਅਸੀਂ ਹੁਣ ਤੁਸੀਂ ਪਿੱਛੇ ਹਟੋ। ਤੁਸੀਂ ਮੀਡੀਆ ਦੀ ਗੱਲ ਆਪ ਹੀ ਛੇੜ ਲਈ। ਮੇਰਾ ਸਵਾਲ ਇਹ ਸੀ ਹਰਪ੍ਰੀਤ ਜੀ, ਵੱਡੇ ਮੀਡੀਆ ਹਾਊਸ ਨੇ ਕਈ ਸਾਰੇ, ਉਹ ਬੜੇ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਜਾਂ ਭਰਮ ਫੈਲਾ ਰਹੇ ਨੇ ਜਿਹਦੇ ਕਰਕੇ ਅੰਦੋਲਨ ਖਰਾਬ ਹੋ ਸਕਦਾ ਹੈ। ਥੋੜ੍ਹੇ ਦਿਨ ਪਹਿਲਾਂ 2-3 ਦਿਨ ਪਹਿਲਾਂ ਇੱਕ ਵੱਡੀ ਖਬਰ ਛਪਦੀ ਹੈ ਵੱਡੇ ਹਿੰਦੀ ਦੇ ਅਖਬਾਰ ਦੇ ਵਿੱਚ, ਗੁਰਨਾਮ ਸਿੰਘ ਚੜੂਨੀ ਨੂੰ ਲੈ ਕੇ, ਸ਼ਿਵ ਕੁਮਾਰ ਕੱਕਾ ਨੂੰ ਲੈ ਕੇ, ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਲੈ ਕੇ ਬੜੇ ਵੱਡੇ ਇਲਜ਼ਾਮ ਲੱਗਦੇ ਆ ਕਿ ਸਰਕਾਰ ਡੇਗਣੀ ਚਾਹੁੰਦੇ ਨੇ ਹਰਿਆਣਾ ਦੀ, ਇਹਨਾਂ ਨੇ 10 ਕਰੋੜ ਲੈ ਲਿਆ, ਇਹ MLA ਦੀ ਟਿਕਟ ਭਾਲਦੇ ਆ। ਪਰ ਬਾਅਦ ਦੇ ਵਿੱਚ ਸ਼ਾਮ ਹੁੰਦਿਆਂ ਸਾਰੀ ਤਸਵੀਰ ਤੇ ਸਾਰੀਆਂ ਸਥਿਤੀਆਂ ਸਾਫ਼ ਹੋਈਆਂ। ਇਹ ਤੱਕ ਲਿਖਿਆ ਗਿਆ ਵੀ ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ, ਜਿਹੜੇ ਮਤਲਬ ਸੰਘਰਸ਼ੀ ਲਾਗੂ ਨੇ, ਉਹਨਾਂ ਨੂੰ ਸਸਪੈਂਡ ਕਰਤਾ ਜੀ, ਬਾਹਰ ਹੋ ਗਏ, ਅੰਦੋਲਨ ਖਿੰਡ ਗਿਆ, ਅੰਦੋਲਨ ਵੰਡਿਆ ਗਿਆ। ਜਿਹੜੇ TV ਚੈਨਲ ਨੇ, ਪੰਜਾਬੀ ਦੇ ਵੀ ਕਈ ਸਾਰੇ TV ਚੈਨਲ ਜਿਨ੍ਹਾਂ ਨੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਬਾਰੇ ਝੂਠ ਬੋਲਿਆ ਕਿ ਬਲਵੀਰ ਸਿੰਘ ਰਾਜੇਵਾਲ ਨੇ ਇਹ ਬਿਆਨ ਦਿੱਤਾ ਜਾਂ ਇਹ ਚਿੱਠੀ ਲਿਖੀ ਹੈ ਕਿ ਦਿੱਲੀ ਦੇ ਅੰਦਰ ਪਰੇਡ ਨਹੀਂ ਹੋਊਗੀ, ਬਾਅਦ 'ਚ ਉਹਨਾਂ ਨੂੰ ਵੀ ਮਾਫੀ ਮੰਗਣੀ ਪਈ ਉਸ TV ਚੈਨਲ ਨੂੰ। ਇਹ ਮੀਡੀਆ ਹਾਊਸ ਖਾਸ ਤੌਰ ਦੇ ਉੱਤੇ ਕਈ ਪੰਜਾਬੀ ਦੇ ਵੀ ਨੇ, ਹਿੰਦੀ ਵਾਲਿਆਂ ਤਾਂ ਹੈਗੇ ਨੇ, ਉਹਨੂੰ ਆਮ ਜਨ ਸਧਾਰਨ ਵਿਅਕਤੀ ਜਾਂ ਤੁਸੀਂ ਆਪਣੀ ਸਮਝ ਦੇ ਹਿਸਾਬ ਨਾਲ ਕਿਵੇਂ ਡਿਫਾਈਨ ਕਰਦੇ ਹੋ, ਕਿਵੇਂ ਵੇਖਦੇ ਹੋ? ਦੇਖੋ ਜੀ, ਜਿਹੜਾ ਨੈਸ਼ਨਲ ਮੀਡੀਆ, ਖਾਸ ਕਰਕੇ ਇੱਕ ਵਰਗ ਹੈ ਨੈਸ਼ਨਲ ਮੀਡੀਆ ਦਾ, 1-2 ਚੈਨਲ ਨੂੰ ਆਪਾਂ ਛੱਡ ਦਈਏ, NDTV ਵਗੈਰਾ ਨੂੰ, ਤਾਂ ਸਾਰਾ ਸੋਲਡ ਹੋ ਚੁੱਕਾ ਹੈ ਤੇ ਉਹ ਭਗੌੜਾ ਹੋ ਚੁੱਕਾ ਹੈ, ਆਪਦੀ ਜ਼ਿੰਮੇਵਾਰੀ ਤੋਂ, ਆਪਦੇ ਧਰਮ ਤੋਂ ਭੱਜ ਚੁੱਕਾ ਹੈ। ਕਿਉਂਕਿ ਜਿਹੜਾ ਅਸੀਂ ਕਹਿੰਦੇ ਸੀ ਕਿ ਸਾਡੇ ਡੈਮੋਕ੍ਰੇਸੀ ਦਾ ਇਹ ਚੌਥਾ ਪਿੱਲਰ ਹੈ, ਉਹ ਹੁਣ ਪਿੱਲਰ ਨਹੀਂ ਰਿਹਾ, ਉਹ ਇੱਕ ਗੋਦੀ ਮੀਡੀਆ ਜੋ ਇੱਕ ਸੈਂਟਰ ਸਰਕਾਰ ਦੀ ਗੋਦ ਵਿੱਚ ਬੈਠਾ ਹੋਇਆ ਹੈ। ਕਿਉਂਕਿ ਇਹ ਜਿਹੜੇ ਜ਼ਿਆਦਾਤਰ ਚੈਨਲਸ ਨੇ ਉਹ ਕਾਰਪੋਰੇਟਸ ਦੇ ਨੇ, ਕਿਉਂਕਿ ਜਿਹੜੀ ਇਹ ਸਰਕਾਰ ਚੱਲ ਰਹੀ ਹੈ ਉਹ ਕਾਰਪੋਰੇਟਸ ਦੇ ਦੁਆਰਾ ਚੱਲ ਰਹੀ, ਉਹਨਾਂ ਦੁਆਰਾ ਬਣਾਈ ਗਈ ਹੈ। ਇਹ ਉਹਨਾਂ ਦੇ ਚੈਨਲਸ ਨੇ, ਇਹ ਕਦੇ ਵੀ ਸਾਡੇ ਸੱਚ ਦੀ ਆਵਾਜ਼ ਨੂੰ ਨਹੀਂ ਦਿਖਾਉਣਗੇ। ਇਹ ਮੈਂ ਧੰਨਵਾਦੀ ਹਾਂ ਜਿਹੜਾ ਲੋਕਲ ਮੀਡੀਆ ਜਾਂ ਜਿਹੜਾ ਨੈਸ਼ਨਲ ਮੀਡੀਆ ਕੋ ਸਾਡਾ ਸਾਥ ਦੇ ਰਿਹਾ, ਜਿਹੜਾ ਇਹ ਦਿਖਾ ਰਿਹਾ ਕਿ ਅਸੀਂ ਇਸ ਅੰਦੋਲਨ ਦਾ ਹਿੱਸਾ ਹੈ ਤੇ ਇਹ ਅੰਦੋਲਨ ਸਹੀ ਹੈ ਤੇ ਚੰਗਾ ਅੰਦੋਲਨ ਹੈ। ਇਹ ਉਹਨਾਂ ਦਾ ਅਸੀਂ ਧੰਨਵਾਦ ਜ਼ਰੂਰ ਕਰਦੇ ਹਾਂ। ਬਟ ਜਿਹੜਾ ਨੈਸ਼ਨਲ ਮੀਡੀਆ ਹੈ, ਉਹਨਾਂ ਦੁਆਰਾ ਜਿਹੜਾ ਇਹ ਇਤਿਹਾਸ ਲਿਖਿਆ ਜਾ ਰਿਹਾ, ਇਹ ਬਿਲਕੁਲ ਕਾਲੇ ਅੱਖਰਾਂ 'ਚ ਲਿਖਿਆ ਜਾਊਗਾ। ਇਹਨਾਂ ਨੂੰ ਕਾਲੇ ਅੱਖਰਾਂ ਵਿੱਚ ਯਾਦ ਕੀਤਾ ਜਾਏਗਾ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਗੱਲ ਨੂੰ ਕਦੇ ਮਾਫ ਨਹੀਂ ਕਰਨਗੀਆਂ। ਹਰਪ੍ਰੀਤ ਜੀ, ਅਖੀਰਲਾ ਸਵਾਲ ਹੈ,
ਦੇਖੋ ਹੁਣ ਤੁਹਾਡੇ ਤੇ ਇੱਕ ਪਰਚਾ ਤਾਂ ਹੋ ਗਿਆ ਸ਼ਿਮਲੇ ਦੇ ਵਿੱਚ, ਤੇ ਹੁਣ ਜਿਹੜੀਆਂ ਬਾਕੀ ਸੂਬਿਆਂ ਦੇ ਵਿੱਚ ਜਾਓਗੇ ਤੁਸੀਂ, ਜਿੱਥੇ ਭਾਜਪਾ ਦੀਆਂ ਸਰਕਾਰਾਂ ਹੋਣਗੀਆਂ, ਜਾਂ ਉਹ ਕਹਿਣਗੇ ਕਿ ਅਮਨ ਸ਼ਾਂਤੀ ਨੂੰ ਖਤਰਾ ਪੈਦਾ ਕਰਨ ਵਾਲੇ ਲੋਕ ਆ ਗਏ, ਇਹ ਜਿਹੜੇ ਨਾਅਰੇ ਮਾਰਦੇ ਆ, ਜਿਨ੍ਹਾਂ ਨੇ ਝੰਡੇ ਚੱਕੇ ਆ, ਜਿਨ੍ਹਾਂ ਨੇ ਬੈਨਰ ਚੱਕੇ ਆ, ਇੰਤਹਾ ਪਸੰਦ ਸਾਨੂੰ ਕਹਿ ਦਿੱਤਾ ਜਾਂਦਾ, ਵੱਖਵਾਦੀ, ਅੱਤਵਾਦੀ, ਇਹ ਤਾਂ ਬਾਈ ਜੀ ਫਿਰ ਬਹੁਤ ਪਰਚੇ ਹੋਣਗੇ। ਹਰਪ੍ਰੀਤ ਜੀ, ਕੀ ਮੂਵਮੈਂਟ ਨੂੰ ਚਾਲੂ ਰੱਖੋਗੇ ਜਾਗਰੂਕਤਾ ਵਾਲੀ ਨੂੰ, ਜਾਂ ਫਿਰ ਕਿਤੇ ਡਾਵਾਡੋਲ ਹੋਣ ਦੀ ਸਥਿਤੀ ਵੀ ਆਊਗੀ? ਮਨ ਦੇ ਵਿੱਚ ਕਿੱਦਾਂ ਦਾ ਵਿਚਾਰ ਚੱਲ ਰਿਹਾ? ਸਾਡੇ ਇੱਕ ਸ਼ਾਇਰ ਨੇ ਜੀ, ਮੁਹੰਮਦ ਇਕਬਾਲ, ਉਹਨਾਂ ਨੇ ਕਿਹਾ ਸੀ, ਅਬ ਹਮੇं ਸ਼ਰਮ ਆਤੀ ਹੈ ਇਸਕੋ ਵਤਨ ਕਹਤੇ ਹੋਏ। ਇਹ ਜਿਹੜਾ ਸਾਡਾ ਦੇਸ਼ ਹੈ, ਇਹ ਸਾਡੇ ਦੇਸ਼ ਦੀ ਡੈਮੋਕ੍ਰੇਸੀ ਖਤਮ ਹੋ ਚੁੱਕੀ ਹੈ। ਜਿਹੜਾ ਤੁਹਾਡਾ ਸਵਾਲ ਸੀ ਉਹਦਾ ਜਵਾਬ ਇਹ ਹੈ, ਅਸੀਂ ਬਿਲਕੁਲ ਨਹੀਂ ਡਰਾਂਗੇ ਸਰਕਾਰ ਤੋਂ। ਸਰਕਾਰ ਸਾਡੇ ਤੋਂ ਡਰੀ ਹੋਈ ਹੈ, ਸਰਕਾਰ ਬੁਖਲਾਈ ਹੋਈ ਹੈ ਇਸ ਅੰਦੋਲਨ ਤੋਂ ਕਿ ਉੱਥੇ 15-20 ਲੱਖ ਬੰਦਾ ਪਹੁੰਚਿਆ ਹੋਇਆ ਹੈ, ਕਿ ਉਹਨਾਂ ਨੂੰ ਕੋਈ ਬਹਾਨਾ ਨਹੀਂ ਮਿਲ ਰਿਹਾ ਕਿ ਇਸ ਅੰਦੋਲਨ ਨੂੰ ਕਿਸ ਤਰੀਕੇ ਖੰਡੇੜਿਆ ਜਾਏ। ਸਾਰੀਆਂ ਜਿਹੜੀਆਂ ਉਹਨਾਂ ਦੀ ਏਜੰਸੀਆਂ ਦੇ ਜ਼ੋਰ ਲੱਗੇ ਹੋਏ ਹੈ, RSS ਦਾ ਜ਼ੋਰ ਲੱਗਿਆ ਹੋਇਆ, ਸਰਕਾਰੀ ਮਸ਼ੀਨਰੀ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ। ਪਰ ਇਹ ਅੰਦੋਲਨ ਸਾਡਾ ਤਦ ਤੱਕ ਜਾਰੀ ਰਹੇਗਾ ਜਦ ਤੱਕ ਇਹ 3 ਕਾਲੇ ਕਾਨੂੰਨ ਜੋ ਕਾਰਪੋਰੇਟਸ ਨੂੰ ਫਾਇਦਾ ਪਹੁੰਚਾਉਣ ਲਈ ਪਾਸ ਕੀਤੇ ਗਏ, ਇਹ ਫਾੜ ਕੇ ਰੱਦੀ ਦੀ ਟੋਕਰੀ ਵਿੱਚ ਨਹੀਂ ਸਿੱਟੇ ਜਾਂਦੇ। ਅਸੀਂ ਘਰ ਨਹੀਂ ਬੈਠਾਂਗੇ, ਅਸੀਂ ਇਹਨਾਂ ਤੋਂ ਪਰਚਿਆਂ ਤੋਂ ਨਹੀਂ ਡਰਦੇ। ਸਾਡੇ ਕੋਲ ਜੋ ਵੀ ਸੰਪੱਤੀ ਹੈਗੀ ਹੈ ਥੋੜ੍ਹੀ ਹੈ, ਪਰ ਅਸੀਂ ਸਰਕਾਰ ਦਾ ਮੁਕਾਬਲਾ ਨਹੀਂ ਕਰ ਸਕਦੇ। ਬਟ ਭਾਵੇਂ ਸਾਨੂੰ ਸਭ ਕੁਝ ਵੇਚਣਾ ਪਿਆ, ਅਸੀਂ ਪਿੱਛੇ ਨਹੀਂ ਹਟਾਂਗੇ। ਇਹ ਅੰਦੋਲਨ ਜਿਹੜਾ ਹੈ ਮੋਦੀ ਦੀ ਅੜ ਅਸੀਂ ਭੰਨ ਕੇ ਹਟਾਂਗੇ। ਇਹਨੂੰ ਦੱਸ ਦਿਆਂਗੇ ਕਿ ਜੇਕਰ ਕਾਨੂੰਨ ਤੁਸੀਂ ਸਾਡੇ ਦੇ ਥੋਪ ਰਹੇ ਹੋ, ਚਾਹੇ ਉਹ GST ਸੀਗਾ, ਚਾਹੇ ਉਹ ਧਾਰਾ 370 ਹੈ, ਡੀਮੋਨੀਟਾਈਜੇਸ਼ਨ, ਇਹਨਾਂ ਨੇ ਜੋ ਵੀ ਕਾਨੂੰਨ ਅੱਜ ਤੱਕ ਲਿਆਂਦੇ ਆ, ਕਿਸੇ ਸਿੰਗਲ ਬੰਦੇ ਨੂੰ ਕੋਈ ਫਾਇਦਾ ਨਹੀਂ ਹੋਇਆ। ਦੇਸ਼ ਵਾਸੀ ਜਾਣ ਚੁੱਕੇ ਹੈ ਕਿ ਇਹ 3 ਕਾਨੂੰਨ ਵੀ ਜਿਹੜੇ ਸਾਡੇ ਹੱਕ ਦੇ ਨਹੀਂ ਗਏ, ਕਿਸਾਨਾਂ ਦੇ ਹੱਕ ਦੇ ਨਹੀਂ, ਸਾਡੇ ਤੇ ਥੋਪੇ ਗਏ ਹੈ, ਬੈਕ ਦੇ ਰਸਤੇ ਰਾਹੀਂ ਪਾਸ ਕੀਤੇ ਗਏ, ਜਿਨ੍ਹਾਂ ਦੀ ਕੋਈ ਚਰਚਾ ਪਾਰਲੀਮੈਂਟ 'ਚ ਨਹੀਂ ਹੋਈ, ਰਾਜ ਸਭਾ 'ਚ ਨਹੀਂ ਹੋਈ। ਸੋ ਵੀਰ, ਮੈਂ ਸਾਰੇ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ, ਇਸ ਅੰਦੋਲਨ ਦਾ ਹਿੱਸਾ ਬਣੋ। ਇਹ ਮੋਦੀ ਦਾ ਹੰਕਾਰ ਤੋੜਨਾ ਬਹੁਤ ਜ਼ਰੂਰੀ ਹੈ, ਤੇ ਸਾਨੂੰ ਮਾਣ ਹੈ ਕਿ ਅਸੀਂ ਇਸ ਅੰਦੋਲਨ ਦਾ ਹਿੱਸਾ ਹੈ, ਤੇ ਅਸੀਂ ਜਿੱਤ ਪ੍ਰਾਪਤ ਕਰਾਂਗੇ। ਅਸੀਂ ਤਦ ਤੱਕ ਨਹੀਂ ਰੁਕਾਂਗੇ ਜਦ ਤੱਕ ਸਰਕਾਰ ਦੇ ਅਸੀਂ ਗੋਡੇ ਨਹੀਂ ਟੇਕਣ ਲਈ ਮਜਬੂਰ ਕਰ ਦਿੰਦੇ ਜੀ। ਵੇਖ ਲਓ ਜੀ ਧਿਆਨ ਨਾਲ, ਇਹ ਉਹ ਸ਼ਖਸ ਨੇ ਹਰਪ੍ਰੀਤ ਸਿੰਘ, ਤੇ ਇਹ ਬਾਈ ਜੀ ਦਾ ਚਿਹਰਾ ਹੈ, ਜਿਹੜਾ ਚਿਹਰਾ ਕੱਲ ਰੁਮਾਲ ਦੇ ਪਿੱਛੇ ਲੁਕਿਆ ਹੋਇਆ ਸੀ, ਪਰ ਇਹ ਆਵਾਜ਼ ਸੀ ਜਿਹੜੀ ਓਨੀਓ ਬੁਲੰਦੀ ਨਾਲ ਕੱਲ ਸ਼ਿਮਲੇ ਦੀਆਂ ਬਾਜ਼ਾਰਾਂ ਦੇ ਵਿੱਚ, ਸ਼ਿਮਲੇ ਦੀਆਂ ਸੜਕਾਂ ਦੇ ਉੱਤੇ, ਸ਼ਿਮਲੇ ਦੀਆਂ ਗਲੀਆਂ ਦੇ ਉੱਤੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਦੇ ਵਿੱਚ ਇਹ ਆਵਾਜ਼ ਪੂਰੀ ਬੁਲੰਦੀ ਨਾਲ ਆਪਣੀ ਗੱਲ ਰੱਖ ਰਹੀ ਸੀ, ਆਪਣੇ ਨਾਅਰੇ ਲਾ ਰਹੇ ਸੀ। ਕਿਸਾਨੀ ਮਜ਼ਦੂਰੀ ਏਕਤਾ ਦੀ ਜਿਹੜੀ ਗੱਲ ਹੈ ਉੱਥੇ ਕਰ ਰਹੇ ਸੀ, ਔਰ 3 ਜਿਹੜੇ ਖੇਤੀ ਦੇ ਕਾਨੂੰਨ ਨੇ ਉਹਨਾਂ ਦਾ ਵਿਰੋਧ ਕੱਲ ਬਾਈ ਹਰਪ੍ਰੀਤ ਹੋਰਾਂ ਨੇ, ਕੱਲ ਕਿਉਂਕਿ ਚਿਹਰਾ ਕਿਸੇ ਦੇ ਸਾਹਮਣੇ ਨਹੀਂ ਆਇਆ ਸੀ, ਅੱਜ ਵਿਜ਼ਨ ਪੰਜਾਬ ਐਕਸਕਲੂਸਿਵਲੀ ਤੁਹਾਡੇ ਸਾਹਮਣੇ ਬਾਈ ਹਰਪ੍ਰੀਤ ਹੋਰਾਂ ਦਾ ਚਿਹਰਾ ਰੱਖ ਰਿਹਾ। ਔਰ ਦੂਜੀ ਗੱਲ, ਬੜੀ ਪ੍ਰੌੜਤਾ ਕਰ ਰਿਹਾ ਹਰਪ੍ਰੀਤ ਬਾਈ ਹੋਰੀ ਕਿ ਅੱਗੇ ਨੂੰ ਪਰਚੇ ਜਿੰਨੇ ਮਰਜ਼ੀ ਪੈਂਦੇ ਰਹਿਣ, ਪਰ ਇਸ ਸੰਘਰਸ਼ ਦੇ ਹੱਕ ਦੇ ਵਿੱਚ, ਇਸ ਅੰਦੋਲਨ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਰਹਿਣਗੇ। ਦਿਓ ਇਜਾਜ਼ਤ, ਬਣੇ ਰਹੋ ਵਿਜ਼ਨ ਪੰਜਾਬ TV ਦੇ ਨਾਲ। ਸਤਿ ਸ੍ਰੀ ਅਕਾਲ।